ਅਜੀਤ ਵੈਬ ਟੀਵੀ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਨਮਸਕਾਰ। ਯੋਗ ਭਜਾਵੇ ਰੋਗ ਪ੍ਰੋਗਰਾਮ ਦੇ ਅੰਤਰਗਤ ਅੱਜ ਅਸੀਂ ਫੇਰ ਆਪ ਜੀ ਦੇ ਰੂਬਰੂ ਹਾਂ। ਗੱਲ ਉੱਥੋਂ ਹੀ ਸ਼ੁਰੂ ਹੁੰਦੀ ਆ ਕਿ ਸਾਡਾ ਸਰੀਰ ਰੋਗ ਨਾਲ ਲੜਨ ਦੇ ਕਾਬਲ ਕਿਵੇਂ ਬਣੇ। ਸਾਨੂੰ ਹਰ ਵੇਲੇ ਕਰੋਨਾ ਦਾ ਖਤਰਾ, ਜੇ ਕਿਤੇ ਖਾਂਸੀ ਛਿੜ ਗਈ, ਬੁਖਾਰ ਹੋ ਗਿਆ, ਕਿਤੇ ਕੁਆਰੰਟਾਈਨ ਨਾ ਹੋਣਾ ਰਹਿਣਾ ਪਵੇ, ਇਕਾਂਤਵਾਸ ਨਾ ਕਰਨਾ ਪਵੇ, ਪ੍ਰੋਬਲਮ ਹੋਰ ਵੱਧ ਗਈ ਤੇ ਕਿਤੇ ਹਸਪਤਾਲ ਦਾਖਲ ਨਾ ਹੋਣਾ ਪਵੇ। ਸਾਡੇ ਫੇਫੜੇ ਕਿੱਦਾਂ ਸਟਰੋਂਗ ਹੋਣ, ਸਾਡੇ ਰੈਸਪੀਰੇਟਰੀ ਸਿਸਟਮ ਮਜ਼ਬੂਤ ਕਿਵੇਂ ਹੋਵੇ, ਬਲੱਡ ਸਰਕੂਲੇਸ਼ਨ ਸਿਸਟਮ ਜਿਹੜਾ ਹੈ ਕਿਵੇਂ ਮਜ਼ਬੂਤ ਹੋਵੇ। ਔਰ ਉਹਦੇ ਲਈ ਸਾਰਿਆਂ ਤੋਂ ਜਿਹੜਾ ਉੱਤਮ ਪ੍ਰਾਣਾਯਾਮ ਜਿਹੜਾ ਗਿਣਿਆ ਜਾਂਦਾ ਉਹ ਹੈਗਾ ਅਨੁਲੋਮ ਵਿਲੋਮ। ਔਰ ਸੌਖਾ ਵੀ ਆ ਔਰ ਅਸਰਦਾਰ ਵੀ ਆ। ਇਹਨੂੰ ਅਸੀਂ ਬਾਕੀ ਪ੍ਰਾਣਾਯਾਮ ਦੇ ਬਾਅਦ 'ਚ ਇਸ ਲਈ ਕਰਦੇ ਹਾਂ ਕਿ ਭਸਤ੍ਰਿਕਾ ਜਾਂ ਕਪਾਲਭਾਤੀ ਵਗੈਰਾ ਦੇ ਨਾਲ ਅਸੀਂ ਲੰਗਸ ਨੂੰ ਥੋੜ੍ਹਾ ਵਾਰਮ ਅਪ ਕਰ ਲੈਂਦੇ ਹੈਗੇ, ਫੇਫੜਿਆਂ ਨੂੰ ਥੋੜ੍ਹਾ ਗਰਮ ਅਪ ਕਰ ਲੈਂਦੇ ਹੈਗੇ ਹਾਂ, ਸਾਂਸ ਨਾਲੀ ਨੂੰ ਥੋੜ੍ਹਾ ਸ਼ੁੱਧ ਔਰ ਸਾਫ਼ ਕਰ ਲੈਂਦੇ ਹੈਗੇ। ਤੋ ਲੰਗਸ ਦੇ ਫੈਲਣ ਸਿਕੜਨ ਦੀ ਸ਼ਕਤੀ ਜਦੋਂ ਵੱਧ ਜਾਂਦੀ ਫਿਰ ਅਸੀਂ ਲੰਬੇ ਸਾਂਸ ਆਰਾਮ ਨਾਲ ਭਰ ਪਾਉਂਦੇ ਹਾਂ ਔਰ ਲੰਬੇ ਸਾਹਾਂ ਦਾ ਹੀ ਫਾਇਦਾ ਹੋਣਾ ਹੈ। ਜਦੋਂ ਅਸੀਂ 1 ਮਿੰਟ ਦੇ ਨਾਰਮਲ ਤੌਰ 'ਤੇ 15-16 ਸਾਂਸ ਲੈਂਦੇ ਹਾਂ, ਇੱਕ ਸ਼ਵਾਸ ਪ੍ਰਸ਼ਵਾਸ ਨੂੰ 1 ਗਿਣੀਏ, 2 ਸੈਕਿੰਡ ਭਰਿਆ, 2 ਸੈਕਿੰਡ ਛੱਡਿਆ, 4 ਸੈਕਿੰਡ ਦਾ ਇੱਕ ਸ਼ਵਾਸ ਪ੍ਰਸ਼ਵਾਸ, ਅਤੇ 1 ਮਿੰਟ ਦੇ 15 ਜਾਂ 16 ਸਾਂਸ ਬਣਦੇ ਹੈਗੇ ਜਿਹੜੇ ਹਰ ਇਨਸਾਨ ਹਰ ਵੇਲੇ ਲੈਂਦਾ। ਲੇਕਿਨ ਜਦੋਂ ਅਸੀਂ ਜਿਵੇਂ ਜਿਵੇਂ ਸਾਡੇ ਸਾਂਸ ਲੰਬੇ ਹੁੰਦੇ ਚਲੇ ਜਾਣਗੇ, ਉਹੀ 1 ਮਿੰਟ ਦੇ 8 ਸਾਂਸ ਰਹਿ ਜਾਣਗੇ, 1 ਮਿੰਟ ਦੇ 6 ਸਾਂਸ ਰਹਿ ਜਾਣਗੇ, 1 ਮਿੰਟ ਦੇ 4 ਸਾਂਸ ਰਹਿ ਜਾਣਗੇ, 1 ਮਿੰਟ ਦੇ 2 ਸਾਂਸ ਵੀ ਰਹਿ ਜਾਣਗੇ ਔਰ 1 ਮਿੰਟ ਦਾ 1 ਸਾਂਸ ਵੀ ਰਹਿ ਜਾਊਗਾ। ਔਰ ਜਿੰਨੇ ਲੰਬੇ ਔਰ ਗਹਿਰੇ ਸਾਂਸ ਉਨੀ ਹੀ ਮੋਰ ਐਂਡ ਮੋਰ ਆਕਸੀਜਨ ਦਾ ਅੰਦਰ ਜਾ ਕੇ ਖਪਤ ਹੋਣਾ ਔਰ ਉਹਨੇ ਮੋਰ ਐਂਡ ਮੋਰ ਬਲੱਡ ਨੂੰ ਪਿਉਰੀਫਾਈ ਕਰਨਾ ਜਾ ਕੇ। ਜਿੰਨੀ ਆਕਸੀਜਨ ਅੰਦਰ ਜਾਊਗੀ ਓਨਾ ਖੂਨ ਸਾਫ਼ ਹੋਊਗਾ ਔਰ ਜਿੰਨਾ ਖੂਨ ਸਾਫ਼ ਓਨਾ ਰੋਗ ਸਾਡੇ ਨੇੜੇ ਨਹੀਂ ਆ ਸਕਦੇ। ਜਿੰਨਾ ਖੂਨ 'ਚ ਗੰਧਲਾਪਨ, ਜਿੰਨਾ ਖੂਨ 'ਚ ਗਾੜਾਪਨ, ਜਿੰਨਾ ਖੂਨ ਦੂਸ਼ਿਤ ਹੈਗਾ, ਜਿੰਨਾ ਟੌਕਸਿਨ ਯੁਕਤ ਹੈਗਾ, ਓਨਾ ਹੀ ਸਾਡੇ ਅੰਦਰ ਰੋਗ ਦੀਆਂ ਸੰਭਾਵਨਾਵਾਂ ਵੱਧਦੀਆਂ ਹੈਗੀਆਂ। ਸੋ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਾਉਣ ਲਈ ਉੱਤਮ ਹੈ ਅਨੁਲੋਮ ਵਿਲੋਮ। ਤੋ ਇਸ ਨੂੰ ਆਲਟਰਨੇਟਿਵ ਬਰੀਦਿੰਗ ਵੀ ਕਹਿ ਲੈਂਦੇ ਅੰਗਰੇਜ਼ੀ ਦੇ ਵਿੱਚ, ਜੋ ਵਾਰੀ ਇੱਕ ਨਾਸ ਦੇ ਨਾਲ ਸ਼ਵਾਸ ਭਰਨਾ ਔਰ ਛੱਡਣਾ। ਔਰ ਫਿਰ ਇਸ ਤੋਂ ਅੰਤ ਵਿੱਚ ਜਾ ਕੇ ਨਾੜੀ ਸ਼ੋਧਨ ਪ੍ਰਾਣਾਯਾਮ। ਹੁਣ ਅਸੀਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਅਨੁਲੋਮ ਵਿਲੋਮ। ਕਿਸੇ ਵੀ ਸੁਖਾਲੇ ਢੰਗ ਨਾਲ ਬੈਠੋ। ਮੈਂ ਇਸ ਵੇਲੇ ਅੱਡੀਆਂ ਜੋੜਾਂ 'ਚ ਲਗਾ ਕੇ ਸਵਾਸਤਿਕ ਆਸਨ 'ਚ ਬੈਠਾ ਹੈਗਾ ਔਰ ਗਿਆਨ ਮੁਦਰਾ 'ਚ ਬੈਠਾ ਹੈਗਾ। ਸਰੀਰ ਸਿੱਧਾ ਉੱਚਾ ਹੋਣਾ ਚਾਹੀਦਾ ਆ। ਔਰ ਇਸ ਨੂੰ ਜਿਹੜੇ ਬੰਦੇ ਬੈਠ ਕੇ ਨਹੀਂ ਕਰ ਸਕਦੇ, ਕੁਰਸੀ 'ਤੇ ਬੈਠ ਕੇ ਵੀ ਕਰ ਸਕਦੇ ਆ। ਬਸ ਸ਼ਰਤ ਇੱਕੋ ਹੀ ਹੈ ਕਿ ਆਲੇ ਦੁਆਲੇ ਦੇ ਜਿੰਨੀ ਸ਼ੁੱਧ ਔਰ ਤਾਜ਼ੀ ਹਵਾ ਹੋਊਗੀ ਤਾਂ ਪੂਰਾ ਲਾਭ ਮਿਲਣਾ ਹੈਗਾ। ਜੇ ਕਮਰੇ ਦੀ ਘੁਟਨ ਭਰੇ ਵਾਤਾਵਰਨ 'ਚ ਕਰੋਗੇ ਜਾਂ ਸੰਘਣੀ ਆਬਾਦੀ ਵਾਲੇ ਖੇਤਰ 'ਚ ਕਰੋਗੇ, ਸ਼ੋਰ ਵਾਲੇ ਖੇਤਰ 'ਚ ਕਰੋਗੇ ਤਾਂ ਨੁਕਸਾਨ ਘੱਟ ਫਾਇਦਾ ਹੋਊਗਾ। ਹੁਣ ਦੇਖੋ ਅਸੀਂ ਵਹੀਂ ਦੇ ਕੰਢੇ, ਸ਼ੀਤਲ ਜਲ ਦੇ ਕਿਨਾਰੇ ਪੰਛੀਆਂ ਦੀ ਚਹਿਚਹਾਟ ਜਿਹੜੀ ਹੈ, ਬਰਡ ਚਰਪਿੰਗ ਜਿਹੜਾ ਸਾਨੂੰ ਸੁਣਾਈ ਦੇ ਰਿਹਾ ਆ, ਔਰ ਕੁਦਰਤੀ ਨਜ਼ਾਰੇ ਜਿਹੜੇ ਆ ਉਹਨਾਂ ਦੇ ਵਿੱਚ ਬੈਠ ਕੇ ਅਸੀਂ ਜਦੋਂ ਇਹਦਾ ਪੂਰਾ ਲਾਭ ਲੈ ਸਕਦੇ ਹਾਂ। ਕਿਉਂਕਿ ਪਾਣੀ ਦੇ ਲਾਗੇ ਸਾਰਿਆਂ ਤੋਂ ਸ਼ੁੱਧ ਹਵਾ ਹੁੰਦੀ ਹੈਗੀ, ਸਮੁੰਦਰ ਦੇ ਲਾਗੇ ਸਭ ਤੋਂ ਜ਼ਿਆਦਾ ਸ਼ੁੱਧ ਹਵਾ ਹੁੰਦੀ। ਇੱਦਾਂ ਹੀ ਨਦੀ, ਵਗਦੀ ਨਦੀ ਹੋਵੇ ਖਾਸ ਤੌਰ 'ਤੇ, ਉਹਦੇ ਲਾਗੇ ਹਵਾ ਬਹੁਤ ਸ਼ੁੱਧ ਹੁੰਦੀ ਹੈਗੀ ਔਰ ਉੱਥੇ ਕਰਨ ਦਾ ਵਿਸ਼ੇਸ਼ ਫਾਇਦਾ ਹੋਣਾ ਹੈਗਾ। ਸੋ ਪਹਿਲਾਂ ਅਸੀਂ ਸਿੱਧੇ ਬੈਠ ਗਏ, ਕਿਸੇ ਵੀ ਮੁਦਰਾ 'ਚ ਬੈਠ ਗਏ ਔਰ ਸੁਖ ਆਸਨ ਔਰ ਅਰਧ ਪਦਮ ਆਸਨ ਜਾਂ ਸਿੱਧ ਆਸਨ, ਤਾਂ ਮੈਂ ਜਿਵੇਂ ਬੈਠਾ ਸਵਾਸਤਿਕ ਆਸਨ, ਦੋਨਾਂ ਅੱਡੀਆਂ ਨੂੰ ਜੋੜਾਂ 'ਚ ਲਗਾ ਕੇ ਬੈਠਣਾ
इन्ना हरनियां नहीं हुंदियां और बड़ा सुखाला भी हैगा। और इसे ढंग नाल हुण असीं शुरुआत करन जा रहे हैं। सब तो पहलां तां असीं पोला जिहा मूँह बंद करके बाहरले संसार नालों कट ऑफ हो जाना हैगा और अंदर आंदे जांदे सांस नूं देखना, श्वास प्रेक्षा। ना सांस खिंचना ना सांस छड्डना, बल्कि सिर्फ देखना अपने आप नैचुरल तौर पर जिहड़ा सांस छोटा जिहा सांस अंदर जांदा, छोटा जिहा सांस बाहर आंदा, उन्हां नूं देखना। क्यों देखना कि हो सकदा कि असीं तुरे आइए और आउंदे आउंदे साडा सांस थोड़ा उखड़िया होया होवे, तो असीं साहां नूं पहिलां शांत करना हुंदा है। इस करके अखां बंद करके असीं देख रहे हां तां साडे सांस जे थोड़े जिहे उखड़े भी होणगे तां हौली हौली शांत हुंदे चले जाणगे। बिल्कुल नॉर्मल ब्रीदिंग, इहनूं असीं श्वास प्रेक्षा कहने आ। श्वासां नूं देखना, साहां नूं देखना। और जदों असीं जणिक ढंग नाल साहां नूं चैक कर रहे हैं, जिद्दां कोई चीज़ बना के असीं पहलां उहदा स्वाद देखना हुंदा आ जां उहदी खुशबू नूं देखदे हां, इसे ढंग नाल असीं थोड़ा जिहा पूरी तरह सांस शांत, साडा बॉडी पूरी तरह रिलैक्स हैगा। हुण असीं शुरुआत करनी हैगी। तो पहलां असीं एक एक नास दे नाल श्वास भरन और छड्डण दा काम कर सकदे हैगे। भरना और छड्डना। सपोज असीं सज्जी नास नाल शुरुआत करदे हां। सज्जे हत्थ दे चौथी उंगली नाल खब्बा पासा बंद, बाकी दियां उंगलां उठा के रखियां और किहड़ी नास खुली? सज्जी। सज्जी नास दे रस्ते असीं हौली हौली लंबा सांस भरिया आराम नाल और फिर आराम दे नाल मैक्सीमम सांस छड्डिया। जरा भी खिंचना नहीं, जरा भी जोर आवाज़ नहीं आवे, हौली हौली लंबा सांस भरिया। डीप इनहेल एंड इसे ही पासे तो फुल एक्सहेल, आखिरी बूंद तक सांस बाहर कढ़िया। चाहिए तो इनू माप सकते हैं। सांस भरते समय मन च गिनती की, मान लो 8 की गिनती तक भरिया, सांस छड्डो भी उन्ना ही। सो 8 की गिनती तक सांस भरन दा भाव 5 सैकंड सांस भरिया, 5 सैकंड सांस छड्डिया और 2-3 सांस इदां लैन तो बाद फिर असी छड्डण दा सांस दुगना कर देना हैगा। जे मान लो 1 तो 8 की गिनती तक सांस भरिया तो 1 तो 16 की गिनती तक सांस छड्डना हैगा। सो डीप इनहेल एंड फुल एक्सहेल, लेकिन दुगना सांस छड्डना। जे किसी ने लगे कि मैं 8 की गिनती तक भरिया लेकिन 16 की गिनती तक छड्ड नहीं पाया, तो वह एक होर सौखा ढंग हैगा। सांस भरो पहला लंबा जिन्ना भर सकते हैं और फिर आवाज़ दे नाल साह छड्डो। आटोमैटिकली दुगना हो जाऊगा। फिर रिपीट करो, जिन्ना भर सकते भरो। तो एक ढंग नाल बराबरी भी हो गया और नाल दी नाल दुगना सांस का एक्सहेल दुगना हो गया। सो जिन्ना भरो उस तो दुगनी मात्रा सांस छड्डो। ये सज्जी नास नाल असीं कीता और इस तरह 5-7 बार किया। पहला बराबर मात्रा च असीं सांस भरिया छड्डिया और उस तो बाद दुगनी मात्रा च छड्डिया, जिन्ना भरिया उस तो दुगनी मात्रा छड्डिया। तो जे छड्डण दा प्रैक्टिस करनी होवे फिर सांस आवाज़ दे नाल छड्डो
ਔਰ ਉਹਦੇ ਨਾਲ ਛੇਤੀ ਅਸੀਂ ਦੁੱਗਣਾ ਸਾਹ ਛੱਡਣ ਦੇ ਕਾਬਲ ਬਣ ਜਾਂਦੇ ਹੈਗੇ। ਤੋ ਜੇ 8 ਦੀ ਗਿਣਤੀ ਤੱਕ ਭਰਾਂਗੇ 5 ਸੈਕਿੰਡ ਭਰਿਆ, ਔਰ ਜੇ 16 ਦੀ ਗਿਣਤੀ ਤੱਕ ਛੱਡਾਂਗੇ ਤਾਂ 10 ਸੈਕਿੰਡ ਛੱਡਿਆ। ਇੱਕ ਸ਼ਵਾਸ ਪ੍ਰਸ਼ਵਾਸ 5 ਔਰ 10 15 ਸੈਕਿੰਡ ਦਾ ਹੋ ਗਿਆ, ਔਰ 1 ਮਿੰਟ ਦੇ 4 ਸਾਂਸ ਬਣ ਗਏ। ਔਰ ਹਾਲ ਦੀ ਘੜੀ ਅਸੀਂ ਇੱਕ ਨਾਸ ਨੂੰ ਚਾਲੂ ਕੀਤਾ, ਸੱਜੀ ਨਾਸ। ਔਰ ਸੱਜੀ ਨਾਸ ਨਾਲ ਸਾਂਸ ਭਰਨ ਛੱਡਣ ਦਾ ਮਤਲਬ ਹੈਗਾ ਸੂਰਜ ਨਾੜੀ ਦਾ ਜਾਗਰਿਤ ਹੋਣਾ। ਔਰ ਜਿਨ੍ਹਾਂ ਦਾ BP ਲੋ ਰਹਿੰਦਾ ਹੋਵੇ ਉਹਨਾਂ ਵਾਸਤੇ ਬੜੀ ਵਰਦਾਨ ਵਾਲੀ ਗੱਲ ਹੈਗੀ ਕਿ ਉਹ ਸੱਜੀ ਨਾਸ ਨਾਲ ਪਹਿਲਾਂ ਉਹਨੂੰ ਜਾਗਰਿਤ ਕਰਨ। ਦੂਸਰਿਆਂ ਨੂੰ ਵੀ ਜਿਹੜਾ ਹੈਗਾ ਉਹ ਕੋਈ ਦਿੱਕਤ ਨਹੀਂ ਆਉਂਦੀ ਇੱਕ ਨਾਸ ਨੂੰ ਚਲਾਉਣ ਦੇ ਨਾਲ। ਥੋੜ੍ਹੀ ਦੇਰ ਕਰਨ, ਉਹ ਜ਼ਿਆਦਾ ਲੰਬਾ ਨਾ ਕਰੋ, ਥੋੜ੍ਹੀ ਦੇਰ ਵੀ ਕਰ ਲਓ ਤਾਂ ਉਸ ਦਾ BP ਵਧਣ ਵਾਲੇ ਲੋਕਾਂ ਨੂੰ ਥੋੜ੍ਹੀ ਦੇਰ ਕਰਕੇ ਵੀ ਇਹਦਾ ਲਾਭ ਪੁੱਜ ਸਕਦਾ ਹੈਗਾ। ਹੁਣ ਅਸੀਂ ਸੱਜੀ ਨਾਸ ਬੰਦ ਕਰ ਲੈਣੀ, ਖੱਬੀ ਨਾਸ ਖੁੱਲ੍ਹੀ ਹੈਗੀ। ਔਰ ਖੱਬੀ ਨਾਸ ਨਾਲ ਪਹਿਲਾਂ ਅਸੀਂ ਬਰਾਬਰ ਸਾਂਸ ਜਿੰਨਾ ਭਰਨਾ ਓਨਾ ਛੱਡਣਾ। एक दो तीन चार पाँच छः सत्त अठ, 1 2 3 4 5 6 7 8 बराबर मात्रा च जिन्ना इनहेल उन्ना एक्सहेल। फिर असी एक्सहेल दुगना करना हैगा, पूरक जिन्ना उस तो रेचक दुगना करना हैगा। 1 2 3 4 6 7 8, 1 2 3 4 5 6 7 9 10 11 12 13 14 15 16। ਸੋ ਜੇ ਇੱਦਾਂ ਦੁੱਗਣਾ ਨਹੀਂ ਹੁੰਦਾ ਤਾਂ ਫਿਰ ਆਵਾਜ਼ ਦੇ ਨਾਲ ਸਾਂਸ ਭਰੋ 8 ਤੱਕ, ਮਨ 'ਚ ਗਿਣਤੀ ਕਰਦੇ ਹੋਏ ਆਵਾਜ਼ ਨਾਲ ਸੋ ਮਤਲਬ ਜਦੋਂ ਅਸੀਂ ਆਵਾਜ਼ ਦੇ ਨਾਲ ਭਰਾਵਰੀ ਦੇ ਨਾਲ ਸਾਂਸ ਛੱਡਦੇ ਹਾਂ ਤਾਂ ਕੁਦਰਤੀ ਤੌਰ 'ਤੇ ਸਾਡਾ ਸਾਂਸ ਦੁੱਗਣਾ ਔਰ ਜ਼ਿਆਦਾ ਲੰਬਾ ਹੋ ਜਾਂਦਾ ਹੈਗਾ। ਸੋ ਅਸੀਂ ਖੱਬੀ ਨਾਸ ਨਾਲ ਵੀ ਸਾਂਸ ਭਰ ਲਿੱਤਾ ਔਰ ਛੱਡ ਲਿੱਤਾ। ਹੁਣ ਸਾਡੀ ਖੱਬੀ ਨਾਸ ਵੀ ਜਾਗਰਿਤ ਹੋ ਗਈ। ਔਰ ਖੱਬੀ ਨਾਸ ਨਾਲ ਸਾਂਸ ਭਰਨ ਛੱਡਣ ਦਾ ਭਾਵ ਹੈਗਾ ਚੰਦਰ ਨਾੜੀ ਦਾ ਜਾਗਰਿਤ ਹੋਣਾ। ਖੱਬੀ ਨਾਸ ਜਾਗਰਿਤ ਹੋਣ ਦਾ ਭਾਵ ਸਾਡੇ ਅੰਦਰ ਠੰਡਕ ਤੱਤਵ ਦਾ ਵਧਣਾ। ਹੁਣ ਉੱਦਾਂ ਦੋਨੋਂ ਨਾਸਾਂ ਨੂੰ ਅਸੀਂ ਵਾਰੀ ਵਾਰੀ ਇਕੱਲੀ ਇਕੱਲੀ ਕਰਕੇ ਜਾਗਰਿਤ ਕਰ ਲਿੱਤਾ। ਔਰ ਜਿਨ੍ਹਾਂ ਦਾ BP ਵੱਧਦਾ ਆ ਉਹਨਾਂ ਵਾਸਤੇ ਤਾਂ ਇਹ ਵਰਦਾਨ ਹੈਗਾ। ਜਿਨ੍ਹਾਂ ਦਾ BP ਘਟਦਾ ਵਾ ਉਹਨਾਂ ਵਾਸਤੇ ਸੱਜੀ ਨਾਸ ਰਾਹੀਂ ਸਾਂਸ ਭਰਨਾ ਛੱਡਣਾ ਵਰਦਾਨ ਆ। ਜਿਨ੍ਹਾਂ ਦਾ BP ਘਟਦਾ ਆ ਉਹਨਾਂ ਦਾ, ਜਿਨ੍ਹਾਂ ਦਾ BP ਵੱਧਦਾ ਆ ਉਹਨਾਂ ਦੇ ਖੱਬੀ ਨਾਸ ਨਾਲ ਸਾਂਸ ਭਰਨਾ ਵਰਦਾਨ ਹੈਗਾ। ਘਟਣ ਵਾਲਿਆਂ ਲਈ ਸੱਜੀ ਨਾਸ ਨਾਲ ਭਰਨਾ ਵਰਦਾਨ ਹੈਗਾ। ਹੁਣ ਅਸੀਂ ਅਨੁਲੋਮ ਵਿਲੋਮ ਕਰਨਾ। ਜਦੋਂ ਅਸੀਂ ਦੋਨਾਂ ਨਾਲ ਕਰਾਂਗੇ ਗਰਮ ਠੰਡਾ ਸੂਰਜ ਨਾੜੀ ਚੰਦਰ ਨਾੜੀ ਤਾਂ ਬੈਲੈਂਸ ਆ ਜਾਊਗਾ। ਔਰ ਫਿਰ ਨਾ ਸਾਡਾ BP ਵਧੂਗਾ ਨਾ BP ਘਟੂਗਾ। ਜਿਹਦਾ ਵਧਣ ਵਾਲਿਆਂ ਦਾ ਵੀ ਨੋਰਮਲ ਸੀ ਵੱਲ ਆਊਗਾ, ਘਟਣ ਵਾਲਿਆਂ ਦਾ ਵੀ ਨੋਰਮਲ ਸੀ ਵੱਲ ਆਊਗਾ। ਸੋ ਹੁਣ ਅਸੀਂ ਪਹਿਲਾਂ ਅਸੀਂ ਇਕੱਲਾ ਡੀਪ ਬਰੀਦਿੰਗ ਕਰਨੀ ਹੈਗੀ। ਕੰਸਨਟ੍ਰੇਸ਼ਨ ਔਨ ਨੇਵਲ। ਸਾਂਸ ਛੱਡਦੇ ਸਮੇਂ ਨਾਭੀ ਅੰਦਰ ਵੱਲ ਨੂੰ, ਸਾਂਸ ਭਰਦੇ ਸਮੇਂ ਨਾਭੀ ਬਾਹਰ ਵੱਲ ਨੂੰ। ਕੋਈ ਨਹੀਂ। ਸੋ ਡੀਪ ਬਰੀਦਿੰਗ ਜਿਹੜੀ ਹੈ, ਗਹਿਰਾ ਸ਼ਵਾਸ ਗਹਿਰਾ ਪ੍ਰਸ਼ਵਾਸ, ਲੰਬਾ ਸਾਂਸ ਭਰਨਾ ਪੂਰਾ ਸਾਂਸ ਛੱਡਣਾ, ਨਾਭੀ 'ਤੇ ਧਿਆਨ ਰੱਖਦੇ ਹੋਏ ਇਹਨਾਂ ਸਾਡਾ ਜਿਹੜਾ ਮਣੀਪੁਰ ਚੱਕਰ ਜਾਗਰਿਤ ਵੀ ਹੁੰਦਾ ਹੈਗਾ। ਔਰ ਹੁਣ ਦਿਲ 'ਤੇ ਧਿਆਨ ਰੱਖ ਕੇ ਲੰਬਾ ਸਾਂਸ ਭਰਨਾ ਔਰ ਛੱਡਣਾ। ਆਨੰਦ ਕੇਂਦਰ ਜਾਗਰਿਤ ਹੁੰਦਾ ਹੈਗਾ, ਅਨਾਹਤ ਚੱਕਰ ਜਾਗਰਿਤ ਹੁੰਦਾ ਹੈਗਾ। ਛਾਤੀ 'ਤੇ ਧਿਆਨ ਰੱਖ ਕੇ, ਆਨੰਦ ਕੇਂਦਰ 'ਤੇ ਧਿਆਨ ਰੱਖ ਕੇ, ਅਨਾਹਤ ਚੱਕਰ 'ਤੇ ਧਿਆਨ ਰੱਖ ਕੇ ਸਾਂਸ ਭਰਨਾ ਔਰ ਛੱਡਣਾ। ਭਾਵ ਛਾਤੀ ਨੂੰ ਵੱਧ ਤੋਂ ਵੱਧ ਫੈਲਾਉਣਾ ਔਰ ਛਾਤੀ ਵੱਧ ਤੋਂ ਵੱਧ ਸਿਕੋੜਨਾ।
इस ढंग नाल 4-5 या 3-4 चक्कर। और फिर गले की घंटी थोड़ा जिहा गले नूं टाइट करके सांस भरना और छड्डना। डीप ब्रीदिंग, कंसनट्रेशन ऑन योर वोकल कॉर्ड। गले की घंटी के उत्ते ध्यान रखते हुए गहरे लंबे सांस भरने और छड्डने। चाहिए तो असी आवाज़ नाल भी छड्ड सकते हैं। मैं 2 या 3 सांस एक पॉइंट ते ध्यान रख के केंद्रित करता पिया हाँ। नाभि ते ध्यान रखते हुए डीप ब्रीदिंग, मतलब मणिपुर चक्र ते ध्यान, फिर अनाहत चक्र ते ध्यान रखते हुए डीप ब्रीदिंग, और फिर विशुद्धि चक्र ते ध्यान रखते हुए डीप ब्रीदिंग, और फिर मिडल ऑफ द नोज इत्थे ध्यान रखते हुए सांस भरना और छड्डना। डीप ब्रीदिंग, कंसनट्रेशन ऑन द मिडल ऑफ योर नोज, दोहां नासां दे विचकार एक बिंदु ते ध्यान रखते हुए लंबा सांस अंदर जाता होया देखो और सांस बाहर आंदा होया देखो। अंदर जाने वाला सांस थोड़ा जिहा ठंडा, उहदे विच वायुमंडल की ठंडक शामिल हैगी, और बाहर आने वाला सांस थोड़ा गर्म, उहदे विच शरीर की गर्मी शामिल हैगी। सो साहां दे विच ठंडक और गरमाइश कदों आ इस नूं महसूस करो, और नाल डीप ब्रीदिंग। और इस तो अगे भरवटियां दे सेंटर च ध्यान रखते हुए डीप ब्रीदिंग, मिडल ऑफ योर आईब्रोज, इत्थे एक बिंदु ते ध्यान फोकस रखते हुए लंबा सांस भरो। इहदे नाल आग्या चक्कर जागृत हुंदा हैगा, ब्रेन एक्टिवेट हुंदा हैगा। इस ढंग नाल 3-4 सांस 5 तक असीं लै सकते हैं। और फिर टॉप ऑफ द क्राउन ज्ञान केंद्र ते ध्यान रखते हुए असी सांस भर और छड्ड सकते हैं। बस जिन्ना भरो तो दुगना करने का असीं अभ्यास सीख लिता होया, दुगना छड्डो। जिन्ना भरो उस तो दुगना छड्डो। और इस ढंग नाल वख-वख चेतना केंद्रां ते ध्यान रखते हुए असी डीप ब्रीदिंग की, गहरे श्वास प्रश्वास किए, यानी 1 तो 8 की गिनती तक भरिया और 1 तो 16 की गिनती तक छड्डिया, भाव 5 सैकंड भरिया और 10 सैकंड छड्डिया, और 1 मिनट के 4 सांस लगभग हो गए। हुण असी अनुलोम विलोम ते आ रहे हैं। तो सज्जा हथ लवांगे, सज्जे हथ के अंगूठे नाल नक का सज्जा पासा बंद करांगे, और अगलियां 2 उंगलां भरवटियां दे सेंटर च लगा के रखांगे, चौथी पंजवीं उंगली खड़ी रखांगे। और जदों असी हुण साडी खब्बी नास खुली हैगी, तो जदों खब्बी नास नूं बंद करना, चौथी उंगली नाल ये बंद करके फिर अंगूठा चक देना हैगा। सज्जी नास खुल गई, सज्जी नास बंद करके खब्बी नास खोलनी हैगी, खब्बी बंद करके फिर सज्जी खोलनी हैगी। आ 2 उंगलां सेंटर च ही लगाई रखनियां हैगियां। सो असी अंगूठे और चौथी उंगली का प्रयोग करना हैगा। तो चलिए शुरुआत कित्थों करनी, असी खब्बी नास तो करनी हैगी। आम तौर पर खब्बे पासों भर के शुरुआत की जाती आ, पर सौखा रहन वास्ते भुलेखा ना लगे इस करके की करो, तैयार, सज्जा पासा बंद, 2 उंगलां भरोटियां दे सेंटर च, खुली खब्बी नास, चौथी पंजवीं उंगली खड़ी, और खुली खब्बी नास नाल पहला सांस छड्डो और दुगना छड्डो। और फिर भरो बड़े आराम दे नाल। फिर जदों भर लिता फिर ये बंद करो नास, तो दूजी नास खोल दो, फिर उस तो पासे तो सांस छड्डो और दुगना छड्डो।
और इस ढंग नाल फिर ये पासा बंद करके दूसरा, और इस ढंग नाल आल्टरनेटिव ब्रीदिंग जिहड़ी है उसनूं कंटिन्यू रखना हैगा। एक पासे तो सांस दुगना छड्डो, अद्धा भरो, और फिर वो पासा बंद करके दूसरा खोलो, और दूसरे पासे तो दुगना छड्डो, अद्धा भरो। और इसनूं मापन वास्ते मन च गिनती कर सकते हैगे आ, किन्नी गिनती तक सांस छड्डिया, उस तो अद्धी गिनती तक भरो। और जे असी 16 की गिनती तक छड्डिया, 8 की गिनती तक भरो। फिर थोड़ी देर बाद असी वधा सकते हैं, 20 की गिनती तक छड्डो, 10 की गिनती तक भरो, 24 की गिनती तक छड्डो, 12 की गिनती तक भरो। और इस ढंग नाल हौली हौली साडा 20 सैकंड का प्रश्वास और 10 सैकंड का श्वास, अद्धे मिनट का एक सांस हो जाऊगा। लेकिन औखे होके बिल्कुल नहीं करना, अपनी कैपेसिटी और क्षमता के अनुसार करना हैगा। जिहदे सांस जमा ही छोटे आ, वो 8 तक छड्डो, 4 तक भरो, 8 तक छड्डो, 4 तक भरो। तो मतलब कहन दा दुगना छड्डना, अद्धा भरना। और ये आल्टरनेटिव ब्रीदिंग जिहड़ी है इसनूं जारी रखना हैगा 5 तो 7 मिनट। और फिर उस तो अगे जिहड़ा है ਉਹਦੇ ਵਿੱਚ ਅਸੀਂ ਕੀ करना हैगा, ਅਸੀਂ सांस छड्डना रोकना, भरना रोकना, एक पासे 4 वारी। आ देखो छड्डन नूं ਅਸੀਂ कहने रेचक, सांस छड्डता और फिर सांस रोक लिया, फिर सांस इधरों ही भर लिता और फिर रोक लिता। रेचक कुंभक और पूरक कुंभक, फिर इनू बंद कर लिया, फिर दूजे पासे तो छड्डिया और रोकिया, भरिया और रोकिया, चारे मात्रावां बराबर कर लो। फिर दूजी साइड तो छड्डो रोको, भरो रोको, छड्डो रोको, दूजे पासे तो भरो रोको, छड्डो रोको, भरो रोको। सो इस प्रोसैस नूं असीं जारी रख सकते हैगे आ 5 मिनट, 10 मिनट, 15 मिनट, इस कोई दिक्कत नहीं आती, बड़े आराम नाल असीं इसनूं कर सकते हैगे आ। और आखिर दे विच असीं लेना हैगा नाड़ी शोधन प्राणायाम। उन्होंने छोटे तो शुरू करो, 1 4 2 रेशो रखनी हैगी। हुण इहदे च 3 स्टैप वा, भरना 1 तो 4 की गिनती तक, रोकना 1 तो 16 की गिनती तक, दूजे पासे तो छड्डना 1 तो 8 की गिनती तक, फिर उधरों भरना 1 तो 4, रोकना 1 तो 16, छड्डना 1 तो 8। इस नूं नाड़ी शोधन प्राणायाम कहने हैं। चलिए असी पहला सज्जा पासा बंद कर लिता, हुण असी छड्डण वाले पासे नहीं पैना, भरांगे 1 तो 4, 1 2 3 4, रोकांगे 1 2 3 4 5 6 7 8 9 10 11 12 13 14 15 16। दूसरे पासे तो 1 2 3 4 5 6 7 8, 1 4 16 8। हुण इधरों भरांगे 1 2 3 4, 4 गुणा रोकांगे 1 2 3 4 5 6 7 8 9 10 11 12 13 14 15 16, और 1 2 3 4 5 6 7 8। और इस ढंग नाल असी नाड़ी शोधन कर सकते हैं। ਜਿਹੜੇ ਸਾਡੇ ਪ੍ਰਾਚੀਨ ਆਚਾਰਿਆ ਵਾ ਉਹ ਪ੍ਰਾਣਾਯਾਮ ਦੀ ਸ਼ੁਰੂਆਤ ਹੀ ਨਾੜੀ ਸ਼ੋਧਨ ਤੋਂ ਸੁਜੈਸਟ ਕਰਦੇ ਹੈਗੇ। ਜਿਹੜੇ ਅੱਜ ਕੱਲ੍ਹ ਦੇ ਬਹੁਤੇ ਆਚਾਰਿਆ ਵਾ ਉਹ ਭਸਤ੍ਰਿਕਾ ਔਰ ਭ੍ਰਾਮਰੀ ਤੋਂ, ਭਸਤ੍ਰਿਕਾ ਔਰ ਕਪਾਲਭਾਤੀ ਤੋਂ ਸ਼ੁਰੂ ਕਰਨ ਦੀ ਸੁਜੈਸਟ ਕਰਦੇ ਹੈਗੇ। ਸੋ ਜੇ ਅਸੀਂ ਮਤਲਬ ਨਾੜੀ ਸ਼ੋਧਨ ਦਾ ਭਾਵ ਹੈਗਾ ਸੰਪੂਰਨ ਨਾੜੀਆਂ ਸ਼ੁੱਧ ਹੋ ਜਾਣ, ਫਿਰ ਪ੍ਰਾਣਾਯਾਮ ਕੀਤਾ ਜਾਵੇ, ਫਿਰ ਪ੍ਰਾਣਾਯਾਮ ਦੇ ਪੂਰੇ ਲਾਭ ਮਿਲਦੇ ਹੈਗੇ। सो शुरुआत छोटे छोटे नाड़ी शोधन ਨਾਲ शुरू किया जा सकता।
छोटा जिहा 1 ਤੋਂ 4 तक भरना और 1 ਤੋਂ 16 तक रोकना और 1 ਤੋਂ 8 तक छड़ना। 1 ਤੋਂ 4 तक भरना, 1 ਤੋਂ 16 तक रोकना और 1 ਤੋਂ 8 तक छड़ना। इदां दा एक राउंड होया। इदां दे छोटे राउंड्स दे नाल कोई भी व्यक्ति जिहड़ा है वो इस नूं कर सकदा हैगा और इहदे नाल साडीਆਂ पूरीਆਂ 72,000 नाड़ियां वो शुद्ध ਹੁੰਦੀਆਂ ਹੈਗੀਆਂ। ਹੁਣ ਇਹਨਾਂ ਦੇ ਜੇ ਲਾਭਾਂ ਦੀ ਚਰਚਾ ਕਰਨ ਲੱਗੋ ਤਾਂ ਜਿੰਨੇ ਗਿਣ ਲਓ ਉਨੇ ਹੀ ਥੋੜ੍ਹੇ। ਦੇਖੋ ਜਦੋਂ ਅਸੀਂ ਸੱਜੀ ਨਾਸ ਨਾਲ ਸਾਂਸ ਭਰੇ ਛੱਡੇ ਸੀ, ਸਾਡਾ ਖੱਬਾ ਪਾਸਾ ਬ੍ਰੇਨ ਦਾ ਐਕਟੀਵੇਟ ਹੁੰਦਾ, ਖੱਬਾ ਪਾਸਾ ਤਾਕਤ ਆਉਂਦੀ ਉਹਨੂੰ, ਔਰ ਖੱਬੇ ਪਾਸੇ ਨੇ ਸਾਰੇ ਸਰੀਰ ਦੇ ਸੱਜੇ ਪਾਸੇ ਨੂੰ ਕੰਟਰੋਲ ਕਰਨਾ। ਜਿਨ੍ਹਾਂ ਨੂੰ ਕਈਆਂ ਨੂੰ ਪਾਸਾ ਜਿਹੜਾ ਨੁਕਸਾਨ ਦੇ ਦਿੰਦਾ, ਜਦੋਂ ਅਧਰੰਗ ਹੋ ਜਾਂਦਾ ਹੈਗਾ, ਇੱਕ ਸਾਈਡ ਜਿਹੜੀ ਆ ਕੰਮ ਕਰਨਾ ਬੰਦ ਕਰਦੀ ਆ, तो ਜਿਹੜੀ ਸਾਈਡ ਬੰਦ ਕਰਦੀ ਉਸ ਦੇ ਦੂਸਰੇ ਪਾਸੇ ਦਾ ਬ੍ਰੇਨ ਦੀ ਸਾਈਡ ਮਤਲਬ ਉਹ ਕੰਮ ਕਰਨਾ ਉਹਦਾ ਬੰਦ ਹੋ ਜਾਂਦਾ ਹੈਗਾ। ਸੋ ਜੇ ਇਹ ਪਾਸਾ ਖੱਬਾ ਐਕਟਿਵ ਹੋਊਗਾ, ਸੱਜਾ ਪਾਸਾ ਸਰੀਰ ਦਾ ਐਕਟਿਵ ਰਹੂਗਾ। ਫਿਰ ਜਦੋਂ ਖੱਬੀ ਨਾਸ ਨਾਲ ਸਾਂਸ ਭਰਾਂ ਛੱਡਾਂਗੇ, ਉਹ ਐਕਟਿਵ ਹੋ ਗਈ, ਤਾਂ ਫਿਰ ਸਾਡਾ ਬ੍ਰੇਨ ਦਾ ਸੱਜਾ ਪਾਸਾ ਐਕਟਿਵ ਹੋਊਗਾ ਔਰ ਬ੍ਰੇਨ ਦਾ ਖੱਬਾ ਪਾਸਾ ਉਹਨਾਂ ਐਕਟਿਵ ਹੋਊਗਾ। ਤਾਂ ਅਸੀਂ ਚਰਚਾ ਕਰਦੇ ਪਏ ਸੀਗੇ ਨਾੜੀ ਸ਼ੋਧਨ ਪ੍ਰਾਣਾਯਾਮ ਦੀ। ਸੋ ਜਿਵੇਂ ਹੀ ਨਾੜੀਆਂ ਸ਼ੁੱਧ ਹੋਣਗੀਆਂ, ਫਿਰ ਪ੍ਰਾਣਾਯਾਮ ਦੇ ਸਾਨੂੰ ਭਰਪੂਰ ਲਾਭ ਹੋਣਗੇ। ਸੋ ਪ੍ਰਾਚੀਨ ਆਚਾਰੀਆਂ ਦਾ ਮਤ ज़्यादा जस्टिफाइड लगता हैगा कि असी शुरुआत जिहड़ी आ जे प्राणायाम की करनी हैगी आ, तां पहलां छोटे छोटे 1-4-2 की रेशो वाले पूरक, कुंभक और रेचक, पूरक सांस भरना एक पास्यों 1 ਤੋਂ 4 और 1 ਤੋਂ 16 तक रोकना, दोनों नासां नूं बंद करके, फिर दूसरी नास नाल 1 ਤੋਂ 8 तक छड्डना, फिर उस जिधरों छड्डिया उधरों ही 1 ਤੋਂ 4 तक भर के, जिधरों छड्डिया उधरों ही 1 ਤੋਂ 4 तक भर के, फिर 1 ਤੋਂ 16 रोकना और फिर 1 ਤੋਂ 8 तक छड्डना। ये एक पासे उधरों गए, उधरों वापस इधर आए, एक राउंड बनया। इदां दे असी मतलब 32 राउंड या 22 राउंड लगा सकते हैं, और या शुरू च असी उस तो भी घट लगा सकते हैं, अपनी क्षमता के अनुसार लगाने हैं। लेकिन कदे भी सांस खिंच के नहीं, इदां जोर नाल नहीं खिंचना और जोर नाल नहीं छड्डना। इस ढंग ना करन दा जिहड़ा वो तो बस्त्रिका हो जाती हैगी। अनुलोम विलोम दे विच या नाड़ी शोधन दे विच असीं की करना हैगा, जे सपोज मेरे कोल नक एक रूह की बत्ती होवे, मैं नक दे कोल वो रूह की बत्ती रखी होवे, तो मैं जदों सांस भरदा वां तो वो इदां हिलनी नहीं चाहिए। जदों मैं सांस भरदा पिया आ तो मतलब सांस भरदा आ, इदां हिलनी नहीं चाहिए। भाव असीं इन्ना समूथली, इन्ना स्लोली और फिर उन्होंने भर के रोकना और फिर दूजे पास छड़ना, भर के रोकना और दूजे पास छड़ना। तो सांस की आवाज़ कोई नहीं आन देनी और शरीर की क्षमता के अनुसार करना हैगा। हौली हौली साडी क्षमता बढ़ती जाऊगी और बढ़ूगी भी कदों, जदों ताज़ी और शुद्ध और नैचुरल एटमोसफेयर दे विच तुसीं बैठे होवोगे, उदों तुहानूं इहदा पूरा पूरा लाभ होना। तो देखो हॉस्पिटल्स दे विच ऑक्सीजन के सिलेंडर लगते, वेंटीलेटर लगता है एक रोगी नूं, तो कुदरत सानूं मुफ्त वेंटीलेटर दिंदी आ, असीं इहदा फायदा नहीं उठाते है। सो एक तरह के फेफड़िਆਂ की शक्ति बढ़ती हैगी, मैक्सीमम वो उन्हां च फैलन की क्षमता जिन्नी देर, और जिन्नी देर रोकी हो उस हवा अंदर जाके खून नूं प्योरीफाई करन दा काम करती पई हैगी। सो इस ढंग नाल जिन्ने भी फायदे गिन लो उन्ने थोड़े। खून पूरा साफ हुंदा हैगा और ਉਹਦੇ ਨਾਲ शरीर के एक एक भाग च खून दौरा करता है। 5-6 चक्कर 1 मिनट चो कढ़ जाता है। और इस ढंग नाल सिर तो लैके पैर तक जिन्ना खून साफ होगा उन्ना ही चेहरे ते भी चमक होएगी और रोगां नाल लड़न की शक्ति साडे अंदर बढ़ूगी। उन्ना ही साडा ब्रेन दियां दोवें साइडां मजबूत होणगियां, उन्ना ही साडा BP नॉर्मल रहूगा, ना BP बढ़ूगा ना घटूगा, ना उन्ना ही ना सानू ज़्यादा गर्मी लगूगी ना सानू ज़्यादा सर्दी लगूगी। तो गर्मी और सर्दी दोनों तो ही असी साडा शरीर जिहड़ा उन्होंने सहन का अभ्यस्त हो जाऊगा। और इस ढंग नाल जिहड़ा अनुलोम विलोम आ, इसके करके उन्होंने सारिਆਂ तो वरदान मन्निया जाता हैगा। और अनुलोम विलोम सौखा भी हैगा, सिर्फ जिहड़ा भरना और छड्डना, भरना और छड्डना, इन्ना तो हर बंदा कर ही सकता हैगा। और नाड़ी शोधन जिहड़ा हैगा वो
ਜੇ ਇਸ ਦੇ ਅਭਿਆਸ ਦੇ ਬਾਅਦ ਵੀ ਕਰ ਲਈਏ ਤਾਂ ਸਹਿਣ ਸ਼ਕਤੀ ਦੇ ਬਰਾਬਰ ਕਰਦੇ ਜਾਈਏ ਤਾਂ ਵੀ ਉਹਦਾ ਸਾਨੂੰ ਪੂਰਾ ਲਾਭ ਹੁੰਦਾ ਹੈਗਾ। ਸੋ ਅਨੁਲੋਮ ਵਿਲੋਮ ਔਰ ਨਾੜੀ ਸ਼ੋਧਨ ਪ੍ਰਾਣਾਯਾਮ ਦੋਨੇ ਇੱਕ ਢੰਗ ਨਾਲ ਜੁੜੇ ਹੋਏ ਇੱਕ ਦੂਜੇ ਨਾਲ, ਔਰ ਦੋਨਾਂ ਦਾ ਕਰਨ ਦਾ ਸਾਨੂੰ ਵਿਸ਼ੇਸ਼ ਫਾਇਦਾ ਹੁੰਦਾ ਹੈਗਾ। ਸੋ ਸਾਨੂੰ ਆਸ ਆ ਕਿ ਦਰਸ਼ਕ ਇਹਨਾਂ ਦਾ ਪੂਰਾ ਫਾਇਦਾ ਉਠਾਉਣਗੇ, ਇਸ ਨੂੰ ਸਹੀ ਢੰਗ ਨਾਲ ਕਰਨ ਦੀ ਕੋਸ਼ਿਸ਼ ਕਰਨਗੇ, ਔਰ ਆਪਣੇ ਜਿਹੜੇ ਲਾਭਾਂ ਦੀ ਚਰਚਾ ਕੀਤੀ ਜਾਂਦੀ ਆ ਉਸ ਨੂੰ ਮੰਨਦੇ ਹੋਏ ਕਿ ਵਾਕਈ ਉਹਨਾਂ 'ਚ ਕੋਈ ਅਸਲੀਅਤ ਹੈ। ਜਦੋਂ ਤੁਸੀਂ ਉਸ ਨੂੰ ਮਹਿਸੂਸ ਕਰੋਗੇ ਫਿਰ ਤੁਸੀਂ ਸ਼ੇਅਰ ਕਰੋਗੇ, ਫਿਰ ਦੂਸਰਿਆਂ ਨੂੰ ਵੀ ਉਹ ਖੁਦ ਸਿੱਖ ਕੇ ਦੂਜਿਆਂ ਨੂੰ ਵੀ ਸਿਖਾਓਗੇ, ਔਰ ਆਪਣਾ ਪੂਰਾ ਪਰਿਵਾਰ ਇਸ ਵਿੱਚ ਇਨਵੋਲਵ ਕਰੋ, ਔਰ ਸਾਰਿਆਂ ਨੂੰ ਆਸ ਪੜੋਸ ਮੁਹੱਲੇ ਔਰ ਦੂਸਰੇ ਲੋਕਾਂ ਨੂੰ ਵੀ ਇਸ ਦੇ ਵਾਸਤੇ ਟ੍ਰੇਨਿੰਗ ਦਿਓ, ਤਾਂ ਤੁਹਾਨੂੰ ਇਸ ਦਾ ਪੂਰਾ ਜਿਹੜਾ ਫਾਇਦਾ ਹੋਊਗਾ, ਔਰ ਦੂਸਰੇ ਲੋਕਾਂ ਨੂੰ ਵੀ ਤੁਸੀਂ ਸਿਖਾਓਗੇ, ਖੁਸ਼ੀ ਮਿਲੂਗੀ। ਇਹਦੇ ਨਾਲ ਹੀ ਧੰਨਵਾਦ। ਦੇਸ਼ ਦੁਨੀਆ ਤੇ ਕਰੋਨਾ ਮਹਾਮਾਰੀ ਦਾ ਅਸਰ। ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼। ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।